ਸਟੈਟਿਸਟਿਕ ਕੈਨੇਡਾ ਨੇ ਬੁੱਧਵਾਰ ਨੂੰ ਰਿਪੋਰਟ ਜਾਰੀ ਕੀਤੀ ਹੈ, ਜਿਸ ਦੌਰਾਨ ਦੱਸਿਆ ਗਿਆ ਕਿ 2023 ਦੀ ਪਹਿਲੀ ਤਿਮਾਹੀ 'ਚ ਅਸਲ ਘਰੇਲੂ ਉਤਪਾਦਕ ਯਾਨੀ ਕਿ ਜੀਡੀਪੀ ਗਰੋਥ 3.1% ਦੀ ਸਾਲਾਨਾ ਦਰ ਦੇ ਨਾਲ ਵਧੀ ਹੈ। ਕੈਨੇਡੀਅਨ ਅਰਥਚਾਰੇ ਸਾਲ ਦੇ ਪਹਿਲੇ 3 ਮਹੀਨਿਆਂ ਦੇ ਵਿੱਚ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਦੇ ਨਾਲ ਸੁਭਾਵਿਕ ਤੌਰ ਤੇ ਅੱਗੇ ਵਧਿਆ ਹੈ। ਅਪ੍ਰੈਲ ਵਿੱਚ ਦੁਬਾਰਾ ਫੈਲੇ ਗਏ, ਜਿਸ ਕਰਕੇ ਕਿਆਸਰਾਈਆਂ ਨੂੰ ਤੇਜ਼ ਕੀਤਾ ਗਿਆ ਹੈ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਨੂੰ ਦੁਬਾਰਾ ਵਧਾ ਸਕਦਾ ਹੈ। ਕੈਨੇਡੀਅਨ ਆਰਥਿਕਤਾ ਸਾਲ ਦੇ ਪਹਿਲੇ 3 ਮਹੀਨਿਆਂ 'ਚ ਉਮੀਦ ਨਾਲੋਂ ਤੇਜ਼ੀ ਨਾਲ ਵਧੀ ਤੇ ਸੰਭਾਵਿਤ ਤੌਰ ਤੇ ਅਪ੍ਰੈਲ ਵਿੱਚ ਦੁਬਾਰਾ ਹੋਰ ਤੇਜ਼ੀ ਨਾਲ ਅੱਗੇ ਚੱਲ ਰਹੀ ਹੈ, ਜਿਸ ਨੇ ਇਨ੍ਹਾਂ ਕਿਆਸਰਾਈਆਂ ਨੂੰ ਤੇਜ਼ ਕਰ ਦਿੱਤਾ ਹੈ ਕਿ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਵਿੱਚ ਦੁਬਾਰਾ ਵਾਧਾ ਕਰ ਸਕਦਾ ਹੈ। ਸਟੈਟਿਸਟਿਕਸ ਕੈਨੇਡਾ ਨੇ ਬੁੱਧਵਾਰ ਨੂੰ ਰਿਪੋਰਟ ਕੀਤੀ ਹੈ ਕਿ 2023 ਦੀ ਪਹਿਲੀ ਤਿਮਾਹੀ 'ਚ ਅਸਲ ਘਰੇਲੂ ਗਰੋਥ 3.1% ਦੀ ਸਾਲਾਨਾ ਦਰ ਦੇ ਨਾਲ ਅੱਗੇ ਵਧੀ ਹੈ। ਨਵੇਂ ਅੰਕੜੇ ਦਰਸਾਉਂਦੇ ਨੇ ਕਿ ਵਿਕਾਸ ਨੇ ਤਿਮਾਹੀ ਦੀ ਫੈਡਰਲ ਏਜੰਸੀ ਦੇ 2.5% ਦੇ ਅਨੁਮਾਨ ਨੂੰ ਮਾਤ ਦੇ ਦਿੱਤੀ ਹੈ। ਇੱਕ ਸ਼ੁਰੂਆਤੀ ਅੰਦਾਜ਼ੇ ਅਨੁਸਾਰ ਮਾਰਚ ਵਿੱਚ ਫਲੈਟ ਰਹਿਣ ਤੋਂ ਬਾਅਦ ਅਪ੍ਰੈਲ ਵਿੱਚ ਅਰਥਚਾਰੇ 'ਚ 0.2% ਦਾ ਵਾਧਾ ਹੋਇਆ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਰਥ ਵਿਵਸਥਾ ਵਿੱਚ ਚੱਲ ਰਹੀ ਫਲੈਕਸੀਬਿਲਿਟੀ ਇੱਕ ਹੋਰ ਦਰਾਂ ਵਿੱਚ ਵਾਧੇ ਦੀ ਸੰਭਾਵਨਾ ਨੂੰ ਵਧਾ ਰਹੀ ਹੈ, ਕਿਉਂਕਿ ਬੈਂਕ ਆਫ ਕੈਨੇਡਾ ਅਗਲੇ ਆਉਣ ਵਾਲੇ ਵਿਆਜ ਦਰ ਦੇ ਫੈਸਲੇ ਵੱਲ ਵਧ ਰਿਹਾ ਹੈ। BMO ਦੇ ਮੁੱਖ ਅਰਥਸ਼ਾਸਤਰੀ ਡਗਲਸ ਪੋਰਟਰ ਨੇ ਕਿਹਾ ਕਿ ਮਜ਼ਬੂਤ ਡੇਟਾ ਦੀ ਦੌੜ ਵਿੱਚ ਬਿਨਾਂ ਸ਼ੱਕ ਇਹ ਸੰਭਾਵਨਾਵਾਂ ਵੱਧ ਜਾਂਦੀਆਂ ਨੇ ਕਿ ਬੈਂਕ ਆਫ ਕੈਨੇਡਾ ਆਪਣੀ ਅਗਲੀ ਮੀਟਿੰਗ ਦੇ ਵਿੱਚ ਵਿਆਜ ਦਰਾਂ 'ਚ ਵਾਧਾ ਕਰ ਸਕਦਾ ਹੈ। ਵਪਾਰਕ ਬੈਂਕ ਅਰਥਸ਼ਾਸਤਰੀਆਂ ਦੇ ਨਾਲ ਇਹ ਕਹਿੰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਕੇਂਦਰੀ ਬੈਂਕ ਗਰਮੀਆਂ ਤੱਕ ਦਰਾਂ ਨੂੰ ਦੁਬਾਰਾ ਵਧਾਉਣ ਦੇ ਫੈਸਲੇ 'ਚ ਦੇਰੀ ਕਰ ਸਕਦਾ ਹੈ। ਹਾਲਾਂਕਿ ਮਈ ਵਿੱਚ ਜਿਵੇਂ ਹੀ ਮਹਿੰਗਾਈ ਥੋੜ੍ਹਾ ਜਿਹਾ ਹੇਠਾਂ ਆਈ ਤਾਂ ਬੈਂਕ ਆਫ ਕੈਨੇਡਾ ਨੇ ਸਮੇਂ ਦੇ ਹਿਸਾਬ ਦੇ ਨਾਲ ਵਿਆਜ ਦਰਾਂ ਨੂੰ ਫਰੀਜ਼ ਕਰ ਦਿੱਤਾ ਸੀ। ਜੇਕਰ ਇਹ ਮਜ਼ਬੂਤੀ ਬਣੀ ਰਹੀ ਤਾਂ ਇਹ ਜੁਲਾਈ ਵਿੱਚ ਉਛਾਲ ਮਾਰ ਸਕਦੀ ਹੈ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਨਿਰਯਾਤ ਤੇ ਘਰੇਲੂ ਖਰਚਿਆਂ 'ਚ ਵਾਧੇ ਨੇ ਪਹਿਲੀ ਤਿਮਾਹੀ 'ਚ ਵਿਕਾਸ ਨੂੰ ਉਤਸ਼ਾਹਿਤ ਕਰਨ 'ਚ ਮਦਦ ਕੀਤੀ ਹੈ। ਕੈਨੇਡੀਅਨ ਅਰਥ ਵਿਵਸਥਾ ਨੇ ਉਮੀਦਾਂ ਨਾਲੋਂ ਬਿਹਤਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਹਾਲਾਂਕਿ ਬੈਂਕ ਆਫ ਕੈਨੇਡਾ ਨੂੰ ਉਮੀਦ ਸੀ ਕਿ ਉੱਚੀਆਂ ਵਿਆਜ ਦਰਾਂ ਖਪਤਕਾਰਾਂ ਤੇ ਕਾਰੋਬਾਰਾਂ ਦੁਆਰਾ ਵਧੇਰੇ ਨਿਵੇਸ਼ ਕਰਨ ਨੂੰ ਰੋਕਣਗੀਆਂ। ਘਰੇਲੂ ਖਰਚੇ ਦੇ ਅੰਕੜੇ ਪਿਛਲੀਆਂ 2 ਤਿਮਾਹੀਆਂ ਵਿੱਚ ਘੱਟੋ ਘੱਟ ਵਾਧੇ ਦੇ ਨਾਲ 3 ਮਹੀਨਿਆਂ ਦੇ ਵਿੱਚ ਰਿਕਾਰਡ ਤੇ ਗਏ ਨੇ। ਹਾਲਾਂਕਿ ਸਟੈਟਿਸਟਿਕ ਕੈਨੇਡਾ ਨੇ ਨੋਟ ਕੀਤਾ ਹੈ ਕਿ ਡਿਸਪੋਜ਼ੇਬਲ ਆਮਦਨ 2021 ਦੀ ਚੌਥੀ ਤਿਮਾਹੀ ਤੋਂ ਬਾਅਦ ਪਹਿਲੀ ਵਾਰ ਘਟੀ ਹੈ। ਫੈਡਰਲ ਏਜੰਸੀ ਦਾ ਕਹਿਣਾ ਹੈ ਕਿ ਇਸ ਸਮੇਂ ਲਗਾਤਾਰ ਜਿਸ ਢੰਗ ਦੇ ਨਾਲ ਅਰਥਚਾਰੇ ਤੇ ਦਬਾਅ ਪੈ ਰਿਹਾ, ਉਸ ਢੰਗ ਦੇ ਨਾਲ ਬੈਂਕ ਵਿਆਜ ਦਰਾਂ ਵਧਾ ਸਕਦੀ ਹੈ। ਕੇਂਦਰੀ ਬੈਂਕ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀਆਂ ਮੁੱਖ ਵਿਆਜ ਦਰਾਂ ਨੂੰ ਵਧਾਉਂਦੇ ਹੋਏ 4.5% ਤੇ ਰੋਕਿਆ ਹੋਇਆ ਸੀ, ਪਰ ਹੁਣ ਜਦੋਂ ਮਹਿੰਗਾਈ ਅਪ੍ਰੈਲ ਦੇ ਵਿੱਚ 4.4% ਤੇ ਦੁਬਾਰਾ ਪੁੱਜੀ ਹੈ ਤੇ ਬੈਂਕ ਦੇ 2% ਦੇ ਅੰਕੜੇ ਤੋਂ ਦੂਰ ਹੈ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਬੈਂਕ ਆਫ ਕੈਨੇਡਾ ਵਿਆਜ ਦਰਾਂ ਦੇ ਵਿੱਚ ਵਾਧਾ ਕਰ ਸਕਦਾ ਹੈ। ਕੈਨੇਡਾ ਭਰ ਦੇ ਵਿੱਚ ਹੈਲਥ ਕੇਅਰ ਸੇਵਾਵਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ। ਹਸਪਤਾਲਾਂ 'ਚ ਲੰਮਾ ਵੇਟਿੰਗ ਟਾਈਮ ਇਸ ਸਮੱਸਿਆ ਨੂੰ ਸਭ ਦੇ ਸਾਹਮਣੇ ਲਿਆ ਰਿਹਾ ਹੈ। ਇਸ ਤੋਂ ਇਲਾਵਾ ਡਾਕਟਰਾਂ ਵੱਲੋਂ ਲਿਖੀਆਂ ਜਾ ਰਹੀਆਂ ਖੁੱਲ੍ਹੀਆਂ ਚਿੱਠੀਆਂ ਵਿੱਚ ਦਰਦ ਫਰੋਲਿਆ ਜਾ ਰਿਹਾ, ਜਿਸ ਵਿੱਚ ਉਹ ਕਹਿ ਰਹੇ ਨੇ ਕਿ ਹਸਪਤਾਲਾਂ ਦੇ ਐਮਰਜੈਂਸੀ ਦੇ ਵਿੱਚ ਸਟਾਫ ਦੀ ਘਾਟ ਹੈ ਤੇ ਮਰੀਜ਼ਾਂ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ, ਅਤੇ ਐਮਰਜੈਂਸੀ ਦੇ ਵਿੱਚ ਇਲਾਜ ਤੋਂ ਬਾਅਦ ਜਿਸ ਸਟਾਫ ਨੇ ਮਰੀਜ਼ਾਂ ਨੂੰ ਸੰਭਾਲਣਾ ਹੈ ਉਸ ਦੀ ਕਮੀ ਹੈ, ਜਿਸ ਕਾਰਨ ਮਰੀਜ਼ ਇਲਾਜ ਤੋਂ 2 ਦਿਨ ਬਾਅਦ ਵੀ ਐਮਰਜੈਂਸੀ ਦੇ ਵਿੱਚ ਹੀ ਰਹਿੰਦੇ ਨੇ, ਜਿਸ ਕਾਰਨ ਵੇਟਿੰਗ ਹੋਰ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਨਿਊ ਵੈਸਟਾ ਤੇ ਲੈਂਗਲੀ ਹਸਪਤਾਲ ਦਾ ਵੀ ਇਹੀ ਹਾਲ ਹੈ। ਹੁਣ ਫਰੇਜ਼ਰ ਹੈਲਥ ਵੱਲੋਂ ਵੀ ਇਸ ਪੂਰੇ ਮਾਮਲੇ ਦੇ ਉੱਪਰ ਟਿੱਪਣੀ ਕੀਤੀ ਗਈ ਹੈ, ਜਿਨ੍ਹਾਂ ਕਿਹਾ ਕਿ ਸਰੀ ਮੈਮੋਰੀਅਲ ਵਿੱਚ ਕ੍ਰਾਈਸਿਸ ਨਹੀਂ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਸੇਫ ਅਤੇ ਗੁੱਡ ਕੇਅਰ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਤੇ ਮਿਲੀਅਨਸ ਆਫ ਡਾਲਰ ਨਵੇਂ ਇਕਵਿਪਮੈਂਟ ਮੁਹੱਈਆ ਕਰਵਾਉਣ ਦੇ ਲਈ ਖਰਚੇ ਗਏ ਨੇ। ਜਿਨ੍ਹਾਂ ਆਖਿਆ ਕਿ ਫਰੰਟਲਾਈਨ ਸਟਾਫ ਨੂੰ ਵਧਾਉਣ ਦੇ ਲਈ ਵੀ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਨੇ। ਉਹਨਾਂ ਸਪਸ਼ਟ ਰੂਪ ਦੇ ਵਿੱਚ ਕਿਹਾ ਕਿ ਸਟਾਫ ਦੀ ਘਾਟ ਦੇ ਕਾਰਨ ਔਖਾ ਸਮਾਂ ਜ਼ਰੂਰ ਹੈ, ਪਰ ਜੇਕਰ ਅਸੀਂ ਇਹਨੂੰ ਕ੍ਰਾਈਸਿਸ ਕਹੀਏ ਤਾਂ ਇਹ ਠੀਕ ਨਹੀਂ ਹੋਊਗਾ, ਕਿਉਂਕਿ ਫਰੇਜ਼ਰ ਹੈਲਥ ਅਥਾਰਟੀਜ਼ ਦੇ ਵੱਲੋਂ ਲਗਾਤਾਰ ਬੈਸਟ ਇਕਵਿਪਮੈਂਟ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਨੇ। ਦੂਜੇ ਪਾਸੇ ਪ੍ਰੋਵਿੰਸ ਦੇ ਹੈਲਥ ਮਿਨਿਸਟਰ ਐਂਡਰੀਅਨ ਡਿਕਸ ਵੱਲੋਂ ਵੀ ਕਿਹਾ ਗਿਆ ਸੀ ਕਿ ਸਰਕਾਰ ਵੱਲੋਂ ਹਸਪਤਾਲਾਂ 'ਚ ਸਟਾਫ ਦੀ ਕਮੀ ਨੂੰ ਦੂਰ ਕਰਨ ਦੇ ਲਈ ਕਦਮ ਚੁੱਕੇ ਜਾ ਰਹੇ ਨੇ, ਜਿਸ ਤਹਿਤ ਵਿਦੇਸ਼ਾਂ ਤੋਂ ਪੜ੍ਹੀਆਂ ਨਰਸਾਂ ਨੂੰ ਸਰਟੀਫਾਈਡ ਕਰਨ ਦੇ ਲਈ ਵਿਸ਼ੇਸ਼ ਪ੍ਰੋਗਰਾਮ ਲਿਆਂਦਾ ਗਿਆ। ਇਸ ਤੋਂ ਇਲਾਵਾ ਫੈਮਿਲੀ ਡਾਕਟਰਸ ਦੀ ਕਮੀ ਨੂੰ ਪੂਰਾ ਕਰਨ ਲਈ ਨਵਾਂ ਪੇਮੈਂਟ ਮੈਥਡ ਸਰਕਾਰ ਨੇ ਜਾਰੀ ਕੀਤਾ ਹੈ ਤੇ ਡਾਕਟਰਾਂ ਦੀ ਕਮੀ ਪੂਰੀ ਕਰਨ ਦੇ ਲਈ ਵੀ ਲਗਾਤਾਰ ਕਦਮ ਚੁੱਕੇ ਜਾ ਰਹੇ ਨੇ। ਕੈਨੇਡਾ ਹੁਣ ਹਰ ਸਿਗਰਟ ਉੱਤੇ ਸਿਹਤ ਚੇਤਾਵਨੀ ਲਿਖਣ ਵਾਲਾ ਪਹਿਲਾ ਦੇਸ਼ ਹੋਵੇਗਾ। ਹੈਲਥ ਕੈਨੇਡਾ ਨੇ ਕਿਹਾ ਹੈ ਕਿ ਨਵੀਂ ਚੇਤਾਵਨੀ
ਲੇਬਲ ਡਾਇਰੈਕਟ ਪ੍ਰਿੰਟ ਕੀਤੇ ਜਾਣਗੇ ਜੋ ਨੌਜਵਾਨਾਂ ਤੇ ਟੀਨੇਜਰਾਂ ਨੂੰ ਤੰਬਾਕੂ ਤੋਂ ਦੂਰ ਰੱਖਣ ਦੇ ਲਈ ਉਤਸ਼ਾਹਿਤ ਕਰਨਗੇ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਕਦਮ ਦੇ ਸਾਰਥਕ ਨਤੀਜੇ ਨਿਕਲਣ ਦੀ ਉਮੀਦ ਹੈ। ਇਹ 2035 ਤੱਕ ਕੈਨੇਡਾ 'ਚ ਤੰਬਾਕੂ ਦੀ ਵਰਤੋਂ ਨੂੰ 5% ਤੱਕ ਘੱਟ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਕਦਮ 75 ਦਿਨਾਂ ਦੀ ਜਨਤਕ ਸਲਾਹ ਮਸ਼ਵਰੇ ਦੀ ਮਿਆਦ ਤੋਂ ਬਾਅਦ ਆਇਆ ਹੈ ਜੋ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ। ਇੱਕ ਬਿਆਨ ਮੁਤਾਬਕ ਮੈਂਟਲ ਹੈਲਥ ਤੇ ਐਡਿਕਸ਼ਨ ਮਿਨਿਸਟਰ ਕੈਰੋਲਿਨ ਬੈਨਟ ਦਾ ਕਹਿਣਾ ਹੈ ਕਿ ਤੰਬਾਕੂ ਨਾਲ ਹਰ ਸਾਲ 48,000 ਕੈਨੇਡੀਅਨ ਮਾਰੇ ਜਾਂਦੇ ਨੇ। ਹੈਲਥ ਕੈਨੇਡਾ ਨੇ ਨਵੇਂ ਸਿਗਰਟਨੋਸ਼ੀ ਕਰਨ ਵਾਲਿਆਂ ਨੂੰ ਰੋਕਣ, ਤੰਬਾਕੂ ਛੱਡਣ ਨੂੰ ਉਤਸ਼ਾਹਿਤ ਕਰਨ ਤੇ ਤੰਬਾਕੂ ਨਾਲ ਹੋਣ ਵਾਲੀਆਂ ਮੌਤਾਂ ਨੂੰ ਘਟਾਉਣ ਲਈ ਨਵੇਂ ਚੇਤਾਵਨੀ ਲੇਬਲ ਨੂੰ ਸਿੱਧੇ ਸਿਗਰਟਾਂ ਤੇ ਛਾਪਣ ਦਾ ਐਲਾਨ ਕੀਤਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਦਾ ਮਹੱਤਵਪੂਰਨ ਪ੍ਰਭਾਵ ਪਏਗਾ। ਸਿਗਰਟ ਦੇ 6 ਚੇਤਾਵਨੀਆਂ ਜਾਰੀ ਹੋਣਗੀਆਂ, ਜਿਵੇਂ ਕਿ ਸਿਗਰਟ ਕੈਂਸਰ ਦਾ ਕਾਰਨ ਬਣਦੇ ਨੇ, ਸਿਗਰਟ ਤੁਹਾਡੇ ਅੰਗਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਤੰਬਾਕੂ ਦਾ ਧੂੰਆਂ ਬੱਚਿਆਂ ਨੂੰ ਨੁਕਸਾਨ ਪਹੁੰਚਾ ਸਕਦਾ, ਸਿਗਰਟ ਦੇ ਹਰ ਪੱਫ ਵਿੱਚ ਜ਼ਹਿਰ ਹੈ। ਹੈਲਥ ਕੈਨੇਡਾ ਵਿੱਚ ਸਿਗਰਟ ਪੈਕੇਜਿੰਗ ਤੇ ਨਵੀਆਂ ਸਿਹਤ ਚੇਤਾਵਨੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ ਜੋ ਪੈਕੇਜ ਦੇ ਮੁੱਖ ਡਿਸਪਲੇ ਖੇਤਰ ਦਾ ਘੱਟੋ-ਘੱਟ 75% ਹਿੱਸਾ ਲੈਂਦੀਆਂ ਨੇ, ਜੋ ਕਿ ਨਿਯਮਾਂ ਨੂੰ ਬਦਲੇ ਬਿਨਾਂ ਉਪਲਬਧ ਨਵੇਂ ਖੋਜ ਨਾਲ ਅਪਡੇਟ ਕੀਤੀਆਂ ਜਾ ਸਕਦੀਆਂ ਨੇ। ਕੈਨੇਡੀਅਨ ਕੈਂਸਰ ਸੁਸਾਇਟੀ ਦੇ ਸੀਨੀਅਰ ਪਾਲਿਸੀ ਸਲਾਹਕਾਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਵਿਕਣ ਵਾਲੀ ਹਰ ਸਿਗਰਟ ਤੇ ਚੇਤਾਵਨੀ ਦੇਣਾ ਇੱਕ ਵਿਸ਼ਵ ਪੂਰਨ ਨਿਰਧਾਰਿਤ ਉਪਾਅ ਹੈ। ਉਹਨਾਂ ਕਿਹਾ ਕਿ ਉਹ ਲੋਕ ਜਿਹੜੇ ਇੱਕ ਦੂਜੇ ਤੋਂ ਸਿਗਰਟ ਉਧਾਰ ਲੈ ਕੇ ਪੀਂਦੇ ਨੇ, ਹੁਣ ਉਹਨਾਂ ਨੂੰ ਸਿਹਤ ਚੇਤਾਵਨੀ ਦਾ ਵੀ ਸਾਹਮਣਾ ਕਰਨਾ ਪਏਗਾ। ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਨੇ ਕਿ ਕੌਮਾਂਤਰੀ ਪੱਧਰ ਤੇ ਬਹੁਤ ਸਾਰੇ ਦੇਸ਼ ਪਹਿਲਾਂ ਇਸ ਕੈਨੇਡੀਅਨ ਵਰਲਡ ਫਸਟ ਦੀ ਪਾਲਣਾ ਕਰਨਗੇ। ਨਿਯਮ 1 ਅਗਸਤ ਤੋਂ ਲਾਗੂ ਹੋਣੇ ਸ਼ੁਰੂ ਹੋ ਜਾਣਗੇ। ਤੰਬਾਕੂ ਕੰਪਨੀਆਂ ਨੂੰ 31 ਜੁਲਾਈ 2024 ਤੱਕ ਕਿੰਗ ਸਾਈਜ਼ ਸਿਗਰਟਾਂ ਜਿਨ੍ਹਾਂ ਦੀ ਲੰਬਾਈ 83 ਤੋਂ 85 ਮਿਲੀਮੀਟਰ ਹੈ ਤੇ 30 ਅਪ੍ਰੈਲ 2025 ਤੱਕ ਨਿਯਮਤ ਆਕਾਰ ਦੀਆਂ ਸਿਗਰਟਾਂ ਜਿਨ੍ਹਾਂ ਦੀ ਲੰਬਾਈ 70 ਤੋਂ 73 ਮਿਲੀਮੀਟਰ ਰਿਟੇਲ ਸਟੋਰਾਂ ਤੇ ਪਹਿਲੇ ਸੈੱਟ ਤੇ ਹੀ ਪਾਬੰਦੀਆਂ ਲਾਗੂ ਕਰਨ ਦੀ ਲੋੜ ਹੋਏਗੀ। 30 ਅਪ੍ਰੈਲ 2024 ਤੱਕ ਸਿਗਰਟ ਦੀ ਪੈਕਿੰਗ ਦੇ ਬਾਹਰ 14 ਫੋਟੋ ਚੇਤਾਵਨੀਆਂ ਤੇ ਇੱਕ ਨਵੇਂ ਦੌਰ ਦੀ ਲੋੜ ਹੋਵੇਗੀ ਤੇ 2 ਸਾਲਾਂ ਬਾਅਦ ਦਿਖਾਈ ਦੇਣ ਵਾਲੇ 14 ਤਸਵੀਰ ਚੇਤਾਵਨੀਆਂ ਨੂੰ ਦੂਜੇ ਸੈੱਟ ਤੇ ਹੀ ਹੋਣਗੀਆਂ। 30 ਅਪ੍ਰੈਲ 2024 ਤੱਕ ਰਿਟੇਲ ਸਟੋਰਾਂ ਤੇ ਲੋੜੀਂਦੇ ਸਿਗਰਟ ਦੇ ਪੈਕੇਜਾਂ ਦੇ ਅੰਦਰਲੇ ਪਾਸੇ ਅਪਡੇਟ ਕੀਤੇ ਸੁਨੇਹੇ ਵੀ ਹੋਣਗੇ। ਬੁੱਧਵਾਰ ਨੂੰ ਐਲਾਨੇ ਗਏ ਨਵੇਂ ਆਖਰੀ ਨਿਯਮਾਂ ਨੂੰ ਪਹਿਲਾਂ ਜੂਨ 2022 ਵਿੱਚ ਇੱਕ ਡਰਾਫਟ ਵਜੋਂ ਪ੍ਰਸਤਾਵਿਤ ਕੀਤਾ ਗਿਆ ਸੀ। ਕੈਨੇਡਾ ਦੇ ਹਾਰਟ ਐਂਡ ਸਟ੍ਰੋਕ ਫਾਊਂਡੇਸ਼ਨ ਦੇ CEO ਡੌਗ ਰੋਸ ਨੇ ਕਿਹਾ ਕਿ ਸਿਗਰਟ ਲਈ ਸਿਹਤ ਚੇਤਾਵਨੀ ਪ੍ਰਣਾਲੀਆਂ ਦੀ ਗੱਲ ਕਰੀਏ ਤਾਂ ਕੈਨੇਡਾ ਹੁਣ ਇੱਕ ਗਲੋਬਲ ਲੀਡਰ ਹੈ। ਨਵੇਂ ਉਪਾਅ ਨੌਜਵਾਨਾਂ ਦੀ ਰੱਖਿਆ ਕਰਨਗੇ ਤੇ ਮੌਜੂਦਾ ਸਿਗਰਟਨੋਸ਼ੀ ਛੱਡਣ ਦੇ ਉਹਨਾਂ ਦੇ ਯਤਨਾਂ 'ਚ ਸਹਾਇਤਾ ਕਰਨਗੇ। ਉਹਨਾਂ ਆਖਿਆ ਕਿ ਇਹ ਖਪਤਕਾਰਾਂ ਦੇ ਮਾਰੂ ਸੁਭਾਅ ਬਾਰੇ ਜਾਣਕਾਰੀ ਪ੍ਰਦਾਨ ਕਰਨ ਦਾ ਇੱਕ ਨਵਾਂ ਤਰੀਕਾ ਹੈ। ਅਸਧਾਰਨ ਨੁਕਸਾਨਾਂ ਨੂੰ ਮੁੱਖ ਬਣਾਉਣ ਲਈ ਜੋ ਵੀ ਕੀਤਾ ਜਾਂਦਾ ਹੈ ਉਹ ਇੱਕ ਮਹੱਤਵਪੂਰਨ ਕਦਮ ਹੈ। ਨਵੇਂ ਨਿਯਮ ਕੈਨੇਡਾ ਦੀ ਤੰਬਾਕੂ ਰਣਨੀਤੀ ਦਾ ਹਿੱਸਾ ਨੇ, ਜਿਸ ਨੇ 2035 ਤੱਕ ਤੰਬਾਕੂ ਦੀ ਵਰਤੋਂ ਨੂੰ 5% ਤੋਂ ਘੱਟ ਕਰਨ ਦਾ ਟੀਚਾ ਰੱਖਿਆ ਹੋਇਆ ਹੈ। ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਅਵ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਚੀਨ ਰਾਹੀਂ ਚੋਣਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਅਤੇ ਕੰਜ਼ਰਵੇਟਿਵ ਸਪੋਰਟਰਸ ਨੂੰ ਥ੍ਰੈਟ ਕੀਤਾ ਗਿਆ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਚੀਨੀ ਭਾਈਚਾਰੇ ਦੇ ਨਾਲ ਸੰਬੰਧਿਤ ਲੋਕਾਂ ਨੂੰ ਸੁਰੱਖਿਅਤ ਰੱਖਣ ਦੇ ਵਿੱਚ ਨਾਕਾਮਯਾਬ ਰਹੀ ਹੈ ਤੇ ਚੀਨੀ ਸਰਕਾਰ ਉਹਨਾਂ ਤੇ ਦਬਾਅ ਪਾ ਰਹੀ ਹੈ। ਜਿਨ੍ਹਾਂ ਕਿਹਾ ਕਿ ਸਰਕਾਰ ਫੋਰਨ ਕੰਟਰੋਲ ਪੁਲਿਸ ਸਟੇਸ਼ਨਾਂ ਨੂੰ ਬੰਦ ਕਰਵਾਉਣ ਤੇ ਰਜਿਸਟਰੀ ਲਗਾਉਣ ਦੇ ਵਿੱਚ ਵੀ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ। Who, before he even took office, expressed his admiration for the basic Chinese communist dictatorship. He elsewhere expressed his admiration for Fidel Castro, whom he called a great revolutionary. Seeing this ideological bond, Beijing decided it had a friend and wanted to help the Prime Minister get elected. It interfered in 2 successive elections. The most recent election, intelligence confirms they wanted to see the Prime Minister win and defeat the Conservatives. They did this by intimidating the Chinese diaspora. People who had otherwise been going out to vote patriotically were told and indicated that they had to stay home and avoid voting. And we saw ridings with large Chinese populations had massive reductions in voter turnout. We know that members of parliament have been threatened by the regime in Beijing, even having the possibility of their families facing harm back home in China. We know that the Prime Minister has been aware of many of these facts for a very long time and yet chose to do nothing. His defense is that he knew nothing. Well, if he knew nothing, he is not getting the basic information from his
intelligence forces, then it indicates that he is incompetent and incapable of protecting our homeland, Madam Speaker. And worst of all, the people who are the greatest victims of this are Canadians of Chinese origin, who've come here to build this country, who come here to escape tyranny and embrace freedom, who follow the law and contribute to our country every day and in every way. And yet, their government in this country has done nothing to protect them from the government in the country they left behind. We have the stories told to members of Parliament in our caucus who went on doorsteps during campaigns to meet people who were in tears, people who told them that they had to leave the doorstep and go to a faraway field somewhere with their phones left behind because they were worried they were being tracked by a foreign government, worried that their families could be harmed, worried that acts of intimidation or even violence could happen to them here on Canadian soil. And still, the government has not set up a foreign influence registry that could help us identify the thugs that carry out this intimidation. Still, this government has refused to bring in tougher laws to shut down all foreign-controlled police stations. And still, this Prime Minister has failed to call the public inquiry that ਕੈਨੇਡਾ ਦੇ ਸਕਿਲਡ ਵਰਕਰਾਂ ਲਈ ਨਵੀਂ ਸਥਾਈ ਨਿਵਾਸ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। 31 ਮਈ 2023 ਨੂੰ ਇਹ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡੀਅਨ ਫੈਡਰਲ ਸਰਕਾਰ ਵਿਦੇਸ਼ੀ ਹੁਨਰਮੰਦ ਕਾਮਿਆਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰਕੇ ਲੇਬਰ ਦੀਆਂ ਅਸਾਮੀਆਂ ਨੂੰ ਭਰਨ ਲਈ ਦੇਸ਼ ਭਰ ਦੀ ਗੰਭੀਰ ਲੋੜ ਨੂੰ ਸੰਬੋਧਨ ਕਰ ਰਿਹਾ ਹੈ। ਕੈਨੇਡੀਅਨ ਫੈਡਰਲ ਸਰਕਾਰ ਵਿਦੇਸ਼ੀ ਹੁਨਰਮੰਦ ਕਾਮਿਆਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਲਈ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕਰਕੇ ਲੇਬਰ ਦੀਆਂ ਅਸਾਮੀਆਂ ਨੂੰ ਭਰਨ ਦੀ ਦੇਸ਼ ਦੀ ਗੰਭੀਰ ਲੋੜ ਨੂੰ ਸੰਬੋਧਨ ਕਰ ਰਹੀ ਹੈ। ਬੁੱਧਵਾਰ ਨੂੰ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ IRCC ਦਾ ਕਹਿਣਾ ਹੈ ਕਿ ਮਜ਼ਦੂਰਾਂ ਦੀ ਘਾਟ ਨੂੰ ਹੱਲ ਕਰਨ ਲਈ ਇਮੀਗ੍ਰੇਸ਼ਨ ਇੱਕ ਮਹੱਤਵਪੂਰਨ ਹਿੱਸੇ ਵਜੋਂ ਉੱਭਰਦਾ ਹੈ। ਇਸ ਹਕੀਕਤ ਨੂੰ ਧਿਆਨ ਵਿੱਚ ਰੱਖਦੇ ਹੋਏ ਕੈਨੇਡਾ ਸਰਕਾਰ ਇੱਕ ਇਮੀਗ੍ਰੇਸ਼ਨ ਪ੍ਰਣਾਲੀ ਦਾ ਨਿਰਮਾਣ ਕਰ ਰਹੀ ਹੈ ਜੋ ਕਿ ਵਿਕਾਸ ਲਈ ਇੱਕ ਕੈਟਾਲਿਸਟ ਵਜੋਂ ਕੰਮ ਕਰਦੀ ਹੈ, ਕਾਰੋਬਾਰਾਂ ਨੂੰ ਸ਼ਕਤੀ ਪ੍ਰਦਾਨ ਕਰਦੀ ਹੈ, ਉਹਨਾਂ ਦੀਆਂ ਕਿਰਤ ਲੋੜਾਂ ਨੂੰ ਪੂਰਾ ਕਰਦੀ ਹੈ ਤੇ ਫਰਾਂਸੀਸੀ ਭਾਈਚਾਰਿਆਂ ਨੂੰ ਮਜ਼ਬੂਤ ਕਰੇਗੀ। ਇਮੀਗ੍ਰੇਸ਼ਨ ਵਿਭਾਗ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਸਥਾਈ ਨਿਵਾਸ ਲਈ ਇੱਕ ਨਵੀਂ ਸ਼੍ਰੇਣੀ ਆਧਾਰਿਤ ਚੋਣ ਕੈਟਾਗਰੀ ਦਾ ਮਤਲਬ ਹੋਵੇਗਾ ਕਿ ਐਪਲੀਕੈਂਟ ਨੂੰ ਖਾਸ ਹੁਨਰ ਵਾਲੇ ਐਪਲੀਕੇਸ਼ਨ ਨੂੰ ਸੱਦੇ ਭੇਜੇ ਜਾਣਗੇ। ਸਿਖਲਾਈ, ਭਾਸ਼ਾ ਜਾਂ ਯੋਗਤਾ ਦੇ ਆਧਾਰ ਤੇ ਜਿਹੜੇ ਉਮੀਦਵਾਰ ਫ੍ਰੈਂਚ ਬੋਲਦੇ ਨੇ ਜਾਂ ਸਿਹਤ ਸੰਭਾਲ, STEM ਪੇਸ਼ਿਆਂ, ਵਪਾਰ, ਟਰਾਂਸਪੋਰਟ ਦੇ ਖੇਤਰ ਜਾਂ ਖੇਤੀਬਾੜੀ ਦਾ ਤਜਰਬਾ ਰੱਖਦੇ ਨੇ, ਉਹਨਾਂ ਨੂੰ ਅਜਿਹੇ ਪ੍ਰੋਗਰਾਮ ਤਹਿਤ ਸੱਦਿਆ ਜਾਏਗਾ। ਇਮੀਗ੍ਰੇਸ਼ਨ ਮਿਨਿਸਟਰ ਸ਼ੌਨ ਫਰੇਜ਼ਰ ਨੇ ਕਿਹਾ ਕਿ ਐਕਸਪ੍ਰੈਸ ਐਂਟਰੀ ਪ੍ਰਣਾਲੀ 'ਚ ਇਹ ਬਦਲਾਅ ਯਕੀਨੀ ਬਣਾਉਣਗੇ ਕਿ ਉਹਨਾਂ ਕੋਲ ਹੁਨਰਮੰਦ ਕਰਮਚਾਰੀ ਨੇ ਜਿਨ੍ਹਾਂ ਦੇ ਉਹਨਾਂ ਨੂੰ ਬਦਲਣ ਤੇ ਫੁੱਲਣ ਦੇ ਵਿੱਚ ਸਫਲਤਾ ਹਾਸਲ ਹੋਏਗੀ। ਉਹਨਾਂ ਕਿਹਾ ਕਿ ਮਜ਼ਦੂਰਾਂ ਦੀ ਘਾਟ ਦਾ ਵੀ ਸਾਹਮਣਾ ਦੇਸ਼ ਭਰ ਦੇ ਵਿੱਚ ਕਰਨਾ ਪੈ ਰਿਹਾ। ਅਸੀਂ ਆਪਣੀ ਆਰਥਿਕਤਾ ਨੂੰ ਵਧਾ ਸਕਦੇ ਹਾਂ ਤੇ ਲੇਬਰ ਦੀ ਘਾਟ ਦੇ ਨਾਲ ਜੂਝ ਰਹੇ ਕਾਰੋਬਾਰੀਆਂ ਦੀ ਮਦਦ ਕਰ ਸਕਦੇ ਹਾਂ, ਜਦੋਂ ਕਿ ਫ੍ਰੈਂਚ ਬੋਲਣ ਵਾਲੇ ਭਾਈਚਾਰਿਆਂ ਦੀ ਜੀਵਨ ਸ਼ਕਤੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨ ਲਈ ਫ੍ਰੈਂਚ ਮੁਹਾਰਤ ਵਾਲੇ ਉਮੀਦਵਾਰਾਂ ਦੀ ਗਿਣਤੀ ਵੀ ਵਧਾ ਸਕਦੇ ਹਾਂ। ਡਿਪਾਰਟਮੈਂਟ ਨੋਟ ਕਰਦਾ ਹੈ ਕਿ ਸ਼੍ਰੇਣੀਆਂ ਸੂਬਿਆਂ ਤੇ ਪ੍ਰਦੇਸ਼ਾਂ ਦੇ ਨਾਲ ਕਿਰਤ ਹਿੱਸੇਦਾਰਾਂ ਦੇ ਜਨਤਾ ਦੇ ਨਾਲ ਸਲਾਹ ਮਸ਼ਵਰਾ ਨਿਰਧਾਰਿਤ ਕੀਤਾ ਜਾਂਦਾ ਹੈ। ਉਸ ਦੇ ਬਾਅਦ ਹੀ ਸਕਿਲਡ ਸ਼੍ਰੇਣੀ ਦਾ ਇਹ ਪ੍ਰੋਗਰਾਮ ਲਿਆਂਦਾ ਗਿਆ ਜਿਸ ਦੇ ਵਿੱਚ ਸੱਦੇ ਗਰਮੀਆਂ ਦੇ ਵਿੱਚ ਹੀ ਭੇਜੇ ਜਾਣ ਦੀ ਉਮੀਦ ਹੈ। ਕੈਨੇਡਾ ਭਰ ਦੇ ਵਿੱਚ ਪਿਛਲੇ ਦਿਨੀ ਪਬਲਿਕ ਟਰਾਂਸਿਟ ਵਿੱਚ ਸਟੈਬਿੰਗ ਦੀਆਂ ਘਟਨਾਵਾਂ ਸਾਹਮਣੇ ਆਈਆਂ ਜਿਸ ਦੇ ਬਾਅਦ ਬਹੁਤ ਸਾਰੇ ਖੇਤਰਾਂ ਵਿੱਚ ਸੁਰੱਖਿਆ ਵਧਾਉਣ ਨੂੰ ਲੈ ਕੇ ਕਦਮ ਚੁੱਕੇ ਗਏ। ਹੁਣ ਇੱਕ ਮਾਮਲਾ ਸਕਾਰਬਰੋ ਓਨਟਾਰੀਓ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸ਼ਰਾਰਤੀ ਅਨਸਰ ਵੱਲੋਂ ਬੱਸ ਦੇ ਵਿੱਚ ਫਾਇਰਵਰਕਸ ਚਲਾਏ ਗਏ। ਇਸ ਸ਼ਰਾਰਤੀ ਅਨਸਰ ਵੱਲੋਂ ਪਟਾਕੇ ਬੱਸ ਵਿੱਚ ਸਵਾਰੀਆਂ ਵੱਲ ਚਲਾਏ ਗਏ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਸਵਾਰੀਆਂ ਬੁਰੀ ਤਰ੍ਹਾਂ ਡਰੀਆਂ ਹੋਈਆਂ ਨੇ ਅਤੇ ਆਪਣੇ ਆਪ ਨੂੰ ਫਾਇਰਵਰਕਸ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੀਆਂ ਨੇ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਗਈ ਹੈ ਜਿਨ੍ਹਾਂ ਵੱਲੋਂ ਲੋਕਾਂ ਦੀ ਸਹਾਇਤਾ ਇਸ ਆਰੋਪੀ ਨੂੰ ਫੜਨ ਦੇ ਲਈ ਤੇ ਪਛਾਣਨ ਦੇ ਲਈ ਮੰਗੀ ਗਈ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਵਿਰੋਧੀ ਧਿਰ ਦੇ ਲੀਡਰ ਪੀਅਰੇ ਪੋਲੀਅਵ ਦੇ ਵੱਲੋਂ ਵੀ ਟਿੱਪਣੀ ਕੀਤੀ ਗਈ ਹੈ ਜਿਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਦੀਆਂ ਕ੍ਰਿਮੀਨਲਸ ਪ੍ਰਤੀ ਨਰਮ ਨੀਤੀਆਂ ਕਾਰਨ ਅਜਿਹੇ ਮਾਮਲੇ ਲਗਾਤਾਰ ਵੱਧ ਰਹੇ ਨੇ। ਕਾਬਲੇ ਗੌਰ ਹੈ ਕਿ ਸਰੀ, ਕੈਲਗਰੀ ਅਤੇ ਟੋਰਾਂਟੋ ਖੇਤਰ ਵਿੱਚ ਪਿਛਲੇ ਸਮੇਂ ਦੌਰਾਨ ਸਟੈਬਿੰਗ, ਟ੍ਰਾਂਜ਼ਿਟ ਆਪਰੇਟਰਾਂ ਨਾਲ ਕੁੱਟਮਾਰ ਕਰਨ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਸੀ ਜਿਸ ਦੇ ਬਾਅਦ ਬੱਸਾਂ 'ਚ ਸੁਰੱਖਿਆ ਵਧਾਉਣ ਦੇ ਲਈ ਹੋਰ ਆਫੀਸਰਸ ਤੈਨਾਤ ਕੀਤੇ ਗਏ ਸਨ। ਪਰ ਇਸ ਮਾਮਲੇ ਦੇ ਬਾਵਜੂਦ ਇਹ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਜਿਸ ਕਾਰਨ ਟ੍ਰਾਂਜ਼ਿਟ ਡਰਾਈਵਰਾਂ ਵੱਲੋਂ ਵੀ ਖੁਦ ਨੂੰ ਅਨਸੇਫ ਦੱਸਿਆ ਜਾ ਰਿਹਾ ਸੀ ਅਤੇ ਉਹ ਰਾਤ ਸਮੇਂ ਖਾਸ ਕਰਕੇ
ਹੋਰ ਸੁਰੱਖਿਆ ਦੀ ਮੰਗ ਕਰ ਰਹੇ ਸਨ। ਗਰਮੀ ਦੇ ਦਿਨਾਂ ਵਿੱਚ ਛੋਟੇ ਬੱਚਿਆਂ, ਬਜ਼ੁਰਗਾਂ ਤੇ ਪਾਲਤੂ ਜਾਨਵਰਾਂ ਨੂੰ ਬੰਦ ਗੱਡੀ ਵਿੱਚ ਛੱਡਣਾ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਇਸ ਬਾਰੇ ਹਰ ਵਾਰ ਜਾਗਰੂਕਤਾ ਫੈਲਾਈ ਜਾਂਦੀ ਹੈ, ਪਰ ਬਾਵਜੂਦ ਇਸ ਦੇ ਕੁਝ ਪਰਿਵਾਰ ਇਹਦੇ ਵੱਲ ਧਿਆਨ ਨਹੀਂ ਦਿੰਦੇ ਤੇ ਵੱਡੇ ਹਾਦਸੇ ਨੂੰ ਸੱਦਾ ਦਿੰਦੇ ਨੇ। ਹਾਲ ਹੀ ਦੇ ਵਿੱਚ ਫਲੋਰੀਡਾ ਦੇ ਵਿੱਚ ਇੱਕ ਪਰਿਵਾਰ ਸੰਡੇ ਚਰਚ ਸਰਵਿਸ ਅਟੈਂਡ ਕਰਨ ਦੇ ਲਈ ਚਰਚ ਦੇ ਅੰਦਰ 3 ਘੰਟੇ ਲਈ ਗਿਆ ਤੇ ਆਪਣੇ 11 ਮਹੀਨੇ ਦੇ ਬੱਚੇ ਨੂੰ ਗੱਡੀ ਦੇ ਵਿੱਚ ਹੀ ਭੁੱਲ ਗਿਆ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਬੱਚੇ ਦੀ ਮੌਤ ਹੋ ਗਈ ਹੈ। ਆਓ ਅਜਿਹੇ ਹਾਦਸਿਆਂ ਬਾਰੇ ਝਾਤ ਪਾਉਂਦੇ ਹਾਂ ਇੱਕ ਰਿਪੋਰਟ ਦੇ ਉੱਪਰ। ਜਿਵੇਂ ਜਿਵੇਂ ਗਰਮੀ ਵਧਣੀ ਸ਼ੁਰੂ ਹੁੰਦੀ ਹੈ, ਉਵੇਂ ਹੀ ਹਾਦਸੇ ਵੀ ਵਧਣੇ ਸ਼ੁਰੂ ਹੁੰਦੇ ਨੇ, ਜਿਸ ਲਈ ਹਰ ਵਾਰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ 'ਚ ਕੁਝ ਹਾਦਸੇ ਅਜਿਹੇ ਨੇ ਜਿਹੜੇ ਬੰਦ ਗੱਡੀ 'ਚ ਛੋਟੇ ਬੱਚਿਆਂ ਨੂੰ ਛੱਡਣ ਕਾਰਨ ਵਾਪਰਦੇ ਨੇ। ਹਾਲ ਹੀ ਦੇ ਵਿੱਚ 3 ਘੰਟੇ ਦੀ ਫਲੋਰੀਡਾ ਚਰਚ ਸਰਵਿਸ ਅਟੈਂਡ ਕਰਨੀ ਇੱਕ ਪਰਿਵਾਰ ਨੂੰ ਮਹਿੰਗੀ ਪੈ ਗਈ। ਦਰਅਸਲ ਆਪਣੀ 11 ਮਹੀਨੇ ਦੀ ਕੁੜੀ ਨੂੰ ਉਹ ਗੱਡੀ 'ਚ ਛੱਡ ਕੇ ਇੱਕ ਪਰਿਵਾਰ ਦੇ ਪਾਲਮ ਬੇ ਫਲੋਰੀਡਾ ਵਿੱਚ 3 ਘੰਟੇ ਦੀ ਸਰਵਿਸ ਅਟੈਂਡ ਕੀਤੀ ਤੇ ਗਰਮੀ ਹੋਣ ਕਰਕੇ ਬੱਚੀ ਨੇ ਦਮ ਤੋੜ ਦਿੱਤਾ। ਜਾਣਕਾਰੀ ਮੁਤਾਬਕ ਪਾਮ ਬੇ ਪੁਲਿਸ ਵਿਭਾਗ ਨੂੰ ਦੁਪਹਿਰ 1 ਵਜੇ ਦੇ ਕਰੀਬ ਇੱਕ ਕਾਰ ਦੇ ਅੰਦਰ ਇੱਕ ਗੈਰ ਜ਼ਿੰਮੇਵਾਰਾਨਾ ਤਰੀਕੇ ਨਾਲ ਇੱਕ ਬੱਚੇ ਦੇ ਮਿਲਣ ਦੀ ਜਾਣਕਾਰੀ ਮਿਲੀ। ਇੱਕ ਬਿਆਨ ਵਿੱਚ ਪਾਮ ਬੇ ਪੁਲਿਸ ਨੇ ਕਿਹਾ ਕਿ ਬੱਚਾ ਲਗਭਗ 3 ਘੰਟਿਆਂ ਤੋਂ ਕਾਰ ਵਿੱਚ ਸੀ ਜਦੋਂ ਉਸਦੇ ਮਾਤਾ-ਪਿਤਾ ਇੱਕ ਧਾਰਮਿਕ ਸੇਵਾ ਵਿੱਚ ਸ਼ਾਮਲ ਸਨ। ਜਦੋਂ ਪਤਾ ਚੱਲਿਆ ਤਾਂ 11 ਮਹੀਨੇ ਦੇ ਬੱਚੇ ਨੂੰ ਤੁਰੰਤ ਪਾਮ ਬੇ ਕਮਿਊਨਿਟੀ ਹਸਪਤਾਲ 'ਚ ਤਬਦੀਲ ਕਰ ਦਿੱਤਾ ਗਿਆ, ਪਰ ਉਸ ਨੂੰ ਮ੍ਰਿਤਕ ਐਲਾਨਿਆ ਗਿਆ। ਐਤਵਾਰ ਨੂੰ ਪਾਮ ਬੇ ਤਾਪਮਾਨ ਲਗਭਗ 30 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜਦੋਂ ਬੱਚਾ ਕਾਰ ਵਿੱਚ ਇਕੱਲਾ ਰਿਹਾ। ਪਾਮ ਬੇ ਦੇ ਪੁਲਿਸ ਮੁਖੀ ਨੇ ਕਿਹਾ ਕਿ ਇਹ ਇੱਕ ਮੰਦਭਾਗੀ ਘਟਨਾ 11 ਮਹੀਨੇ ਦੀ ਬੱਚੀ ਤੇ ਉਸਦੇ ਮਾਤਾ-ਪਿਤਾ ਦੀ ਜਨਤਕ ਤੌਰ ਤੇ ਪਹਿਚਾਣ ਨਹੀਂ ਦੱਸੀ ਜਾ ਸਕਦੀ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ ਤੇ ਕੋਈ ਚਾਰਜ ਨਹੀਂ ਲਗਾਇਆ ਗਿਆ। ਵਾਹਨਾਂ ਦੇ ਅੰਦਰ ਦਾ ਤਾਪਮਾਨ ਤੇਜ਼ੀ ਨਾਲ ਵੱਧ ਸਕਦਾ ਹੈ। ਯੂਐਸ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਕਿਹਾ ਹੈ ਕਿ ਇੱਕ ਕਾਰ ਦੇ ਅੰਦਰ ਦਾ ਤਾਪਮਾਨ ਸਿਰਫ 20 ਡਿਗਰੀ ਸੈਲਸੀਅਸ ਦਿਨ ਵਿੱਚ ਤੇ 46 ਡਿਗਰੀ ਸੈਲਸੀਅਸ ਤੱਕ ਪੁੱਜ ਸਕਦਾ ਹੈ। 11 ਮਹੀਨੇ ਦਾ ਬੱਚਾ ਹਾਲ ਹੀ ਦੇ ਦਿਨਾਂ 'ਚ ਗਰਮ ਕਾਰ ਵਿੱਚ ਮਰਨ ਵਾਲਾ ਤਾਜ਼ਾ ਮਾਮਲਾ ਹੈ। ਹਿਊਸਟਨ ਟੈਕਸਸ ਵਿੱਚ ਵੀ ਸ਼ੁੱਕਰਵਾਰ ਸ਼ਾਮ ਨੂੰ ਇੱਕ 4 ਸਾਲਾ ਮੁੰਡੇ ਦੀ ਮੌਤ ਹੋ ਗਈ ਸੀ ਜਦੋਂ ਉਹ ਪਾਰਕ ਕੀਤੀ ਕਾਰ ਵਿੱਚ ਮਿਲਿਆ। ਮਾਤਾ-ਪਿਤਾ ਨੇ ਕਿਹਾ ਕਿ ਉਹ ਕਾਰ ਵਿੱਚ ਬੱਚੇ ਨੂੰ ਛੱਡ ਕੇ ਇੱਕ ਹੋਰ 2 ਸਾਲ ਦੀ ਬੱਚੀ ਦੀ ਭਾਲ ਵਿੱਚ ਗਏ ਸਨ। 2 ਸਾਲਾ ਬੱਚਾ ਜੋ ਕਿ ਕਾਰ ਵਿੱਚ ਸਥਿਰ ਹਾਲਤ ਵਿੱਚ ਹੈ ਤੇ ਉਸ ਦੇ ਠੀਕ ਹੋਣ ਦੀ ਉਮੀਦ ਹੈ। ਹਿਊਸਟਨ ਵਿੱਚ ਸ਼ੁੱਕਰਵਾਰ ਨੂੰ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਇਸ ਤੋਂ ਪਹਿਲਾਂ 1 ਸਾਲ ਦੇ ਬੱਚੇ ਨੂੰ ਗੁੱਡ ਸਮੈਰਿਟਨ ਹਸਪੀਟਲ ਵਾਸ਼ਿੰਗਟਨ ਵਿੱਚ ਬਾਹਰ ਖੜੀ ਕਾਰ 'ਚ ਮ੍ਰਿਤਕ ਐਲਾਨਿਆ ਗਿਆ ਸੀ। ਬੱਚੇ ਨੂੰ 24 ਮਈ ਨੂੰ ਗੱਡੀ 'ਚ ਛੱਡ ਦਿੱਤਾ ਗਿਆ ਸੀ ਜਦੋਂ ਉਸ ਦੇ ਪਾਲਣ ਪੋਸ਼ਣ ਵਾਲੇ ਮਾਤਾ-ਪਿਤਾ ਇੱਕ ਹਸਪਤਾਲ ਦੇ ਸੋਸ਼ਲ ਵਰਕਰ ਨੇ ਜੋ 9 ਘੰਟੇ ਦੀ ਸ਼ਿਫਟ 'ਚ ਕੰਮ ਕਰਦੇ ਨੇ। ਗਾਰਡੀਅਨ ਨੇ ਕਿਹਾ ਕਿ ਉਹ ਕੰਮ ਉੱਤੇ ਜਾਣ ਤੋਂ ਪਹਿਲਾਂ ਆਪਣੇ ਦੂਜੇ ਬੱਚੇ ਨੂੰ ਬੱਚਿਆਂ 'ਚ ਛੱਡਣ ਦੇ ਬਾਅਦ 1 ਸਾਲ ਦੇ ਬੱਚੇ ਨੂੰ ਕਾਰ ਵਿੱਚ ਭੁੱਲ ਗਿਆ। ਉਸ ਦਿਨ ਪਿਓਪੋਲ ਵਿੱਚ ਤਾਪਮਾਨ 27 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਹਮੇਸ਼ਾ ਇਹ ਹਦਾਇਤਾਂ ਜਾਰੀ ਹੁੰਦੀਆਂ ਨੇ ਕਿ ਗਰਮੀ ਦੇ ਦਿਨਾਂ ਵਿੱਚ ਬੱਚਿਆਂ ਜਾਂ ਪਾਲਤੂ ਜਾਨਵਰਾਂ ਨੂੰ ਕਦੇ ਵੀ ਆਪਣੇ ਵਹੀਕਲ ਦੇ ਵਿੱਚ ਇਕੱਲੇ ਨਹੀਂ ਛੱਡਣਾ ਚਾਹੀਦਾ। ਟਰਾਂਸਪੋਰਟ ਕੈਨੇਡਾ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਬੱਚਿਆਂ ਦੀ ਗਰਮੀ ਕਾਰਨ ਮੌਤ ਹੋ ਗਈ ਹੈ ਕਿਉਂਕਿ ਉਹਨਾਂ ਨੂੰ ਗਰਮ ਕਾਰ ਵਿੱਚ ਛੱਡ ਦਿੱਤਾ ਗਿਆ। ਇਹਨਾਂ ਮੌਤਾਂ ਨੂੰ ਰੋਕਿਆ ਜਾ ਸਕਦਾ ਹੈ। ਵਿਭਾਗ ਵੱਲੋਂ ਬੱਚਿਆਂ ਨੂੰ ਕਾਰਾਂ ਵਿੱਚ ਮਰਨ ਤੋਂ ਰੋਕਣ ਲਈ ਮਾਪਿਆਂ ਨੂੰ ਰਣਨੀਤੀ ਅਤੇ ਸੁਝਾਅ ਦਿੱਤੇ ਗਏ ਨੇ, ਜਿਵੇਂ ਕਿ ਮਾਤਾ-ਪਿਤਾ ਨੂੰ ਯਾਦ ਦਿਵਾਉਣਾ ਕਿ ਉਹਨਾਂ ਦਾ ਬੱਚਾ ਵਾਹਨ ਵਿੱਚ ਹੈ, ਆਪਣੀਆਂ ਚਾਬੀਆਂ ਜਾਂ ਸੈੱਲਫੋਨ ਪਿਛਲੀ ਸੀਟ ਤੇ ਛੱਡਣਾ, ਬੱਚਿਆਂ ਨੂੰ ਇਕੱਲੇ ਵਾਹਨ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਾਰ ਦੀਆਂ ਚਾਬੀਆਂ ਉਹਨਾਂ ਦੀ ਪਹੁੰਚ ਤੋਂ ਦੂਰ ਰੱਖਣੀਆਂ। ਸੋ ਇਸ ਢੰਗ ਦੇ ਨਾਲ ਇਹ ਸਾਰਾ ਵਰਤਾਰਾ ਰੋਕਿਆ ਜਾ ਸਕਦਾ ਹੈ। 2019 ਦੇ ਇੱਕ ਸਰਵੇ ਵਿੱਚ ਪਾਇਆ ਗਿਆ ਸੀ ਕਿ ਔਸਤਨ ਕੈਨੇਡਾ 'ਚ ਹਰ ਸਾਲ ਇੱਕ ਬੱਚਾ ਕਾਰ ਦੇ ਵਿੱਚ ਇਸ ਢੰਗ ਦੇ ਨਾਲ ਮਰਦਾ ਹੈ। ਨੋਵਾ ਸਕੋਸ਼ੀਆ ਦੇ ਵਿੱਚ ਲੱਗੀ ਹੋਈ ਜੰਗਲੀ ਅੱਗ ਦੇ ਮੱਦੇਨਜ਼ਰ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਜੰਗਲ ਵਿੱਚ ਯਾਤਰਾ ਕਰਨ ਸਮੇਤ ਹੋਰ ਗਤੀਵਿਧੀਆਂ ਜਿਵੇਂ ਕਿ ਹਾਈਕਿੰਗ, ਕੈਂਪਿੰਗ, ਫਿਸ਼ਿੰਗ ਸਭ ਉੱਪਰ ਪਾਬੰਦੀ ਲਗਾ ਦਿੱਤੀ ਗਈ ਹੈ। ਨੋਵਾ ਸਕੋਸ਼ੀਆ ਦੇ ਪ੍ਰੀਮੀਅਰ ਟਿਮ ਹਿਊਸਟਨ ਨੇ ਮੰਗਲਵਾਰ ਸ਼ਾਮ ਤੋਂ ਉਪਰੋਕਤ ਗਤੀਵਿਧੀਆਂ ਦੀ ਮਨਾਹੀ ਦਾ ਐਲਾਨ ਕੀਤਾ ਹੈ। ਪਾਬੰਦੀ ਕਰਾਊਨ ਲੈਂਡ, ਜੰਗਲਾਤ ਅਤੇ ਮਾਈਨਿੰਗ ਉਦਯੋਗਾਂ ਤੇ ਹੋਰ ਵਪਾਰਕ ਗਤੀਵਿਧੀਆਂ ਉੱਪਰ ਲਾਗੂ ਹੁੰਦੀ ਹੈ। ਪ੍ਰੀਮੀਅਰ ਟਿਮ ਹਿਊਸਟਨ ਨੇ ਕਿਹਾ ਕਿ ਸਾਨੂੰ ਆਪਣੇ ਸਰੋਤਾਂ ਦੀ ਰੱਖਿਆ ਕਰਨੀ ਪਵੇਗੀ ਅਤੇ ਅਸੀਂ ਆਪਣੇ ਸਰੋਤਾਂ ਦੀ ਰੱਖਿਆ ਦੇ ਲਈ ਹਰ ਕਦਮ ਚੁੱਕਾਂਗੇ। ਹਿਊਸਟਨ ਨੇ ਅੱਗੇ ਆਖਿਆ ਕਿ ਖਿੜਕੀ 'ਚੋਂ ਸਿਗਰਟ ਦੇ ਟੁਕੜੇ ਬਾਹਰ ਸਿੱਟਣਾ ਅਤੇ ਜੰਗਲ ਵਿੱਚ ਜਾ ਕੇ ਅੱਗ ਬਾਲ ਕੇ ਬੈਠਣਾ ਇਹ ਸਾਰਾ ਕੁਝ ਘਾਤਕ ਹੋ ਸਕਦਾ ਹੈ। ਦੱਸਣਯੋਗ ਹੈ ਕਿ ਸੂਬੇ ਦੇ ਹੈਲੀਫੈਕਸ ਇਲਾਕੇ ਦੇ ਵਿੱਚ ਫੈਲੀ ਜੰਗਲੀ ਅੱਗ ਬੇਕਾਬੂ ਹੋ ਗਈ ਹੈ ਅਤੇ ਅੱਗ ਨੇ ਕਈ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ। ਹਾਲਾਤ ਦੇ ਮੱਦੇਨਜ਼ਰ ਹਜ਼ਾਰਾਂ ਘਰਾਂ ਨੂੰ ਖਾਲੀ ਕਰਨ ਦੇ ਨਿਰਦੇਸ਼
ਜਾਰੀ ਕੀਤੇ ਗਏ ਨੇ। ਹੈਲੀਫੈਕਸ ਦੇ 25 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਪੈਂਦੇ ਕਸਬਿਆਂ ਹੈਮੰਡਜ਼, ਪਲੇਨਜ਼, ਅਪਸਟੈਂਟਲਨ ਅਤੇ ਪੌਕਵੌਕ ਲਈ ਖਾਲੀ ਕਰਨ ਦੇ ਨਿਰਦੇਸ਼ ਜਾਰੀ ਹੋਏ ਸਨ। ਸ਼ੈਲਬਰਨ ਕਾਉਂਟੀ ਵਿੱਚ 1000 ਤੋਂ ਵੱਧ ਘਰਾਂ ਵਿੱਚ ਇੱਕ ਨਰਸਿੰਗ ਹੋਮ ਨੂੰ ਵੀ ਖਾਲੀ ਕਰਵਾਇਆ ਗਿਆ। ਜੰਗਲ ਦੀ ਅੱਗ ਚੌਥੇ ਦਿਨ ਵੀ ਜਾਰੀ ਹੈ। ਸ਼ਨੀਵਾਰ ਨੂੰ ਲੱਗੀ ਅੱਗ ਹੁਣ ਤੱਕ 19,000 ਹੈਕਟੇਅਰ ਦੇ ਵਿੱਚ ਫੈਲ ਗਈ ਹੈ ਤੇ ਇਸ ਉੱਤੇ ਕਾਬੂ ਨਹੀਂ ਪਾਇਆ ਜਾ ਰਿਹਾ। ਪ੍ਰੋਵਿੰਸ ਜੰਗਲੀ ਅੱਗ ਦਾ ਇਹ ਇੱਕ ਰਿਕਾਰਡ ਬਣਾ ਰਹੀ ਹੈ। ਜੂਨ 1976 ਦੇ ਵਿੱਚ ਗਾਈਸਪਰੋ ਕਾਉਂਟੀ ਵਿੱਚ ਅੱਗ 6 ਦਿਨ ਬਲੀ ਸੀ, ਜਿੱਥੇ ਕਿ 13,000 ਹੈਕਟੇਅਰ ਰਕਬੇ ਨੂੰ ਅੱਗ ਲੱਗੀ ਸੀ। ਮੰਗਲਵਾਰ ਸ਼ਾਮ ਨੂੰ ਭੇਜੀ ਗਈ ਇੱਕ ਰਿਲੀਜ਼ ਵਿੱਚ ਬ੍ਰੈਂਕਟਨ ਦੀ ਮਿਊਨਿਸਪਲ ਨੇ ਅੰਦਾਜ਼ਨ 2000 ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਲਈ ਕਿਹਾ। ਇਸ ਤੋਂ ਇਲਾਵਾ ਪੋਰਟ ਕਲਾਈਡ ਤੋਂ ਲੈ ਕੇ ਬੈਕਾਰੋ ਤੱਕ ਅਤੇ ਹਾਈਵੇ 309 ਦੇ ਨਾਲ ਬ੍ਰਿੰਗਟਨ ਵੈਸਟ ਵਿੱਚ ਓਕ ਪਾਰਕ ਰੋਡ ਅਤੇ ਹਾਈਵੇ 3 ਦੇ ਇੰਟਰਸੈਕਸ਼ਨ ਤੱਕ ਅਤੇ 800 ਅਪਰ ਕਲਾਈਡ ਰੋਡ ਤੋਂ ਸਾਰੇ ਭਾਈਚਾਰਿਆਂ ਦੇ ਲਈ ਇਲਾਕੇ ਨੂੰ ਖਾਲੀ ਕਰਨ ਦੇ ਆਦੇਸ਼ ਲਾਗੂ ਕੀਤੇ ਗਏ ਨੇ। ਜਿਸ ਕਿਸੇ ਨੂੰ ਵੀ ਨਿਕਾਸੀ ਲਈ ਮਦਦ ਦੀ ਲੋੜ ਹੈ ਉਹ 902 875 8407 902 875 8427 ਤੇ ਕਾਲ ਕਰ ਸਕਦਾ ਹੈ। ਅੱਗ ਦੇ ਕਾਰਨ ਸ਼ੈਲਬਰਨ ਕਾਉਂਟੀ ਦੇ ਸਾਰੇ ਸਕੂਲ ਬੁੱਧਵਾਰ ਨੂੰ ਬੰਦ ਰਹੇ ਨੇ। ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਏਲਨਵੁੱਡ ਲੇਕ ਪ੍ਰੋਵਿੰਸ਼ੀਅਲ ਪਾਰਕ ਅਤੇ ਥਾਮਸ ਰੈਡਲ ਪ੍ਰੋਵਿੰਸ਼ੀਅਲ ਪਾਰਕ ਵਿੱਚ ਮੁਫਤ ਕੈਂਪ 'ਚ ਜਾ ਸਕਦੇ ਨੇ। ਜੋ 2 ਜੂਨ ਤੋਂ ਜੰਗਲੀ ਅੱਗ ਤੋਂ ਪ੍ਰਭਾਵਿਤ ਵਸਨੀਕ ਆਈਲੈਂਡਸ ਪ੍ਰੋਵਿੰਸ਼ੀਅਲ ਪਾਰਕ ਵਿੱਚ ਮੁਫਤ ਕੈਂਪ ਲਗਾ ਸਕਣਗੇ। ਪੀਲ ਰੀਜਨਲ ਪੁਲਿਸ ਵੱਲੋਂ ਲੰਮੀ ਇਨਵੈਸਟੀਗੇਸ਼ਨ ਤੋਂ ਬਾਅਦ ਇੱਕ ਸੈਕਸ ਰੈਕਟ ਦਾ ਪਰਦਾਫਾਸ਼ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਇਸ ਮਾਮਲੇ 'ਚ 4 ਔਰਤਾਂ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਹਿਊਮਨ ਟ੍ਰੈਫਿਕਿੰਗ ਦਾ ਧੰਦਾ ਕਰਦੇ ਸਨ। ਇੱਥੇ 13 ਲੜਕੀਆਂ ਨੂੰ ਵੀ ਛੁਡਾਇਆ ਗਿਆ ਜੋ ਕਿ ਬਿਹਤਰ ਭਵਿੱਖ ਦੀ ਆਸ ਦੇ ਵਿੱਚ ਕੈਨੇਡਾ ਆਈਆਂ ਸਨ, ਪਰ ਹਿਊਮਨ ਟ੍ਰੈਫਿਕਿੰਗ ਗਰੋਹ ਦੇ ਵੱਲੋਂ ਉਹਨਾਂ ਨੂੰ ਗਲਤ ਪਾਸੇ ਲਗਾ ਦਿੱਤਾ ਗਿਆ। Investigators determined that there were several members of this criminal network benefiting financially from the victimization and the exploitation of these victims in the sex trade. All 13 victims in this investigation are of Chinese descent and have varying immigration status. One thing that all these victims had in common was that they came to Canada for a better life. However, 12 of these victims were recruited domestically. This investigation has led to the arrest and charges on the following individuals. The young Nagay, a 59-year-old female from Milton, has been charged with exercise control, direction, or influence, derive material benefit from sexual service ×3, communicate for the purpose for consideration for sexual service, trafficking a controlled substance, cocaine ×4, and possession for the purpose of trafficking cocaine ×2. Yu Hobley Land, a 63-year-old female from Mississauga, has been charged with exercise control, direction, or influence, derive material benefit from sexual service ×3, possession of a controlled substance, cocaine. Yan Yan Zhang, a 39-year-old female from Markham, has been charged with communicate for the purpose for consideration for sexual service ×6. Kwai Lin So, a 55-year-old female from Mississauga, has been charged with communicate for the purpose for consideration for sexual service and possession for the purpose of trafficking cocaine. Also charged, but not pictured here, is Iman Hanrahan, a 71-year-old male from Mississauga. He has been charged with possession for the purpose of trafficking cocaine. ਫਿਲਹਾਲ ਦੇ ਲਈ ਕੈਨੇਡਾ ਨਿਊਜ਼ ਦੇ ਵਿੱਚ ਇੰਨਾ ਹੀ। ਭਲਕੇ ਮੁੜ ਹਾਜ਼ਰ ਹੋਵਾਂਗੇ, ਤਦ ਤੱਕ ਦੇ ਲਈ ਦਿਓ ਆਗਿਆ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।